Hello students, good morning. How are you? BA ਕਲਾਸਾਂ ਦੇ ਸਿਲੇਬਸ ਦੇ ਨਾਲ ਸੰਬੰਧਿਤ ਜੋ ਆਪਣਾ ਹਿਸਟਰੀ ਦਾ ਸਿਲੇਬਸ ਹੈ, ਹਿਸਟਰੀ ਦੀ ਕਲਾਸ ਹੈ ਜਿਹੜੀ ਉਹ ਸ਼ੁਰੂ ਕਰਨ ਜਾ ਰਹੇ ਹਾਂ BA 1 ਦੀ, ਜਿਸ ਦਾ ਆਪਣਾ ਪਹਿਲਾ ਟੌਪਿਕ ਹੋਊਗਾ ਜਿਹੜਾ ਉਹ ਹੋਊਗਾ ਸਿੰਧ ਘਾਟੀ ਦੀ ਸੱਭਿਅਤਾ। ਸਿੰਧ ਘਾਟੀ ਦੀ ਸੱਭਿਅਤਾ ਬਾਰੇ ਆਪਾਂ ਨੇ ਅੱਜ ਜਿਹੜਾ ਉਹ ਇਸ ਟੌਪਿਕ ਦੇ ਵਿੱਚ ਆਪਣੇ ਦੇ ਵਿੱਚ ਪੜ੍ਹਨਾ ਹੈ। ਜਿੰਨੇ ਵੀ ਚੈਪਟਰਾਂ ਦੇ ਵਿੱਚ 1 2 3 ਇਹ ਸੱਭਿਅਤਾ ਵਾਲਾ ਚੈਪਟਰ ਜਿਹੜਾ ਕੰਪਲੀਟ ਹੋਊਗਾ, ਆਪਾਂ ਉਸ ਅਕੋਰਡਿੰਗ ਇਸ ਨੂੰ ਆਪਣਾ ਪੂਰਾ ਕਰਾਂਗੇ, ਵਧੀਆ ਢੰਗ ਨਾਲ ਕੋਸ਼ਿਸ਼ ਕਰਾਂਗੇ। ਅਤੇ ਜੋ ਵੀ ਸਟੂਡੈਂਟਸ GTV ਕਾਲਜ ਦੇ ਇਸ ਚੈਨਲ ਦੇ ਉੱਤੇ ਪਹੁੰਚੇ ਨੇ, ਸਭ ਵੱਧ ਤੋਂ ਵੱਧ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਾ ਬਟਨ ਹੈ ਜਿਹੜਾ ਉਸ ਨੂੰ ਪ੍ਰੈਸ ਕਰੋ, ਤਾਂ ਜੋ ਤੁਹਾਨੂੰ ਸਾਰੀਆਂ ਕਲਾਸਾਂ ਦੇ ਨਾਲ ਸੰਬੰਧਿਤ ਸਿਲੇਬਸ ਨੇ ਜਿਹੜੇ ਅਤੇ ਕਲਾਸਿਸ ਲੈਕਚਰ ਨੇ ਜਿਹੜੇ ਉਹ ਤੁਹਾਨੂੰ ਇਹਦੇ ਉੱਤੇ ਉਪਲਬਧ ਹੋ ਸਕਣ। ਤੋ ਇਸੇ ਲੜੀ ਦੇ ਤਹਿਤ ਅੱਜ ਕੋਸ਼ਿਸ਼ ਕਰਦੇ ਹਾਂ ਆਪਾਂ ਹਿਸਟਰੀ ਬਾਰੇ। ਹਿਸਟਰੀ ਅਜਿਹਾ ਸਬਜੈਕਟ ਜਿਹੜਾ ਆਪਾਂ ਪਿੱਛੇ ਵੀ ਪੜ੍ਹਿਆ, ਤਾਂ ਉਸ ਦੀ ਸ਼ੁਰੂਆਤ ਕਿੱਦਾਂ ਹੋਈ, ਜਿਵੇਂ ਪੁਰਾਣੇ ਸਮੇਂ ਦੀਆਂ ਕੁਝ ਕੁ ਲਿਖਤਾਂ, ਕੁਝ ਇਤਿਹਾਸਕ ਗ੍ਰੰਥ ਨੇ ਜਿਹੜੇ ਉਹ ਸਾਨੂੰ ਪਿਛਲੇ ਸਮੇਂ ਬਾਰੇ ਜਿਹੜਾ ਉਹ ਬਹੁਤ ਕੁਛ ਜਾਣਕਾਰੀ ਦਿੰਦੇ ਨੇ, ਕਿੱਦਾਂ ਦਾ ਸਮਾਂ ਸੀ ਜਿਹੜਾ ਉਹ ਪਿਛਲੇ ਸਮਿਆਂ ਦੌਰਾਨ ਬੀਤਿਆ। ਤਾਂ ਕੁਝ ਕੁ ਸਮਾਂ ਇੱਦਾਂ ਦਾ ਵੀ ਸੀ ਕਹਿੰਦੇ ਜਿਹੜਾ ਸਾਨੂੰ ਲਿਖਤੀ ਪ੍ਰੂਫ ਸਬੂਤ ਸੀ ਜਿਹੜੇ ਉਹ ਨਹੀਂ ਮਿਲ ਸਕੇ ਹੈਗੇ, ਜਿਹਦੇ ਕਾਰਨ ਕਹਿੰਦੇ ਫਿਰ ਉਸ ਸਮੇਂ ਬਾਰੇ ਜਾਣਨ ਦੇ ਲਈ ਵੀ ਮਨੁੱਖ ਨੇ ਅਨੇਕਾਂ ਤਰ੍ਹਾਂ ਦੇ ਪ੍ਰਯਤਨ ਸੀ ਜਿਹੜੇ ਉਹ ਕੀਤੇ। ਉਹਨਾਂ ਸਮਿਆਂ ਦੇ ਵਿੱਚੋਂ ਇੱਕ ਸਮਾਂ ਆਪਾਂ ਮੰਨਦੇ ਹਾਂ ਜਿਹੜਾ ਬਹੁਤ ਹੀ ਇੰਪੋਰਟੈਂਟ ਹੈ ਮਨੁੱਖੀ ਜੀਵਨ ਦੇ ਨਾਲ, ਮਨੁੱਖੀ ਸੱਭਿਅਤਾਵਾਂ ਦੇ ਨਾਲ, ਜਿਸ ਨੂੰ ਆਪਾਂ ਕਹਿੰਦੇ ਹਾਂ ਸਿੰਧ ਘਾਟੀ ਦੀ ਸੱਭਿਅਤਾ ਦਾ ਸਮਾਂ। ਸਿੰਧ ਘਾਟੀ ਦੀ ਸੱਭਿਅਤਾ ਦੇ ਸਮੇਂ ਦੇ ਵਿੱਚ ਕਹਿੰਦੇ ਸਾਨੂੰ ਕੋਈ ਵੀ ਲਿਖਤੀ ਇਤਿਹਾਸਕ ਗ੍ਰੰਥ ਨੇ ਜਿਹੜੇ ਉਹ ਨਹੀਂ ਮਿਲੇ ਹੈਗੇ। ਸਿਰਫ ਉਸ ਸਮੇਂ ਬਾਰੇ ਜਿੰਨੀ ਕੁ ਵੀ ਸਾਨੂੰ ਜਾਣਕਾਰੀ ਮਿਲੀ ਉਹ ਮਿਲੀ ਹੈ ਉਸ ਸਮੇਂ ਦੇ ਪੱਥਰਾਂ ਖੁਦਾਈ ਤੋਂ ਦੌਰਾਨ ਜੋ ਚੀਜ਼ਾਂ ਮਿਲੀਆਂ, ਉਹਨਾਂ ਵਸਤਾਂ ਦੇ ਉੱਤੇ ਜੋ ਚਿੰਨ੍ਹ ਬਣੇ ਨੇ ਜਾਂ ਕਿਸ ਧਾਤ ਦੀਆਂ ਬਣੀਆਂ ਨੇ, ਉਹ ਆਕਾਰ ਸ਼ੇਪ ਕਿੱਦਾਂ ਦੀ ਸੀ ਉੱਦਾਂ ਦੀ ਉਸ ਅਕੋਰਡਿੰਗ ਉਸ ਨੂੰ ਜੱਜ ਕੀਤਾ ਗਿਆ। ਕਾਹਦੇ ਲਈ ਵਰਤੇ ਗਏ ਹੋਣੇ ਇਹ, ਕਿਸ ਦੇਵੀ ਦੇਵਤੇ ਦੀ ਪੂਜਾ ਕਰਦੇ ਸੀ ਲੋਕ, ਉਹ ਕਿੱਦਾਂ ਦਾ ਸਮਾਜਿਕ ਜੀਵਨ ਸੀ ਉਹਨਾਂ ਦਾ, ਕਿੱਦਾਂ ਦਾ ਰਾਜਨੀਤਿਕ ਧਾਰਮਿਕ ਜੀਵਨ ਸੀ ਉਹਨਾਂ ਦਾ, ਇਹ ਸਾਨੂੰ ਉਸ ਖੁਦਾਈ ਦੇ ਦੌਰਾਨ ਸੀ ਜਿਹੜਾ ਉਹ ਮਿਲਿਆ। ਸਿੰਧ ਘਾਟੀ ਦਾ ਜਨਮ ਕਿਵੇਂ ਮੰਨਿਆ ਜਾਂਦਾ ਹੈ? ਕਹਿੰਦੇ ਅਲੱਗ-ਅਲੱਗ ਰਾਈਟਰਾਂ ਨੇ ਸਿੰਧ ਘਾਟੀ ਦੇ ਸਮੇਂ ਬਾਰੇ ਅਲੱਗ-ਅਲੱਗ ਆਪਣੇ ਮਤ ਨੇ ਜਿਹੜੇ ਉਹ ਦਿੱਤੇ ਨੇ। ਲਗਭਗ 7000 ਸਾਲ ਪਹਿਲਾਂ ਦਾ ਸਮਾਂ ਸੀ ਜਿਹੜਾ ਉਹ ਸਿੰਧ ਘਾਟੀ ਸੱਭਿਅਤਾ ਦਾ ਸਮਾਂ ਸੀ। ਇਸ ਲਈ ਕਹਿੰਦੇ ਜਿਹੜੀ ਇਹ ਸੱਭਿਅਤਾ ਹੈ ਇਹ ਸਿੰਧ ਨਦੀ ਤੋਂ ਸ਼ੁਰੂ ਹੁੰਦੀ ਹੈ, ਸਰਸਵਤੀ ਨਦੀ ਤੱਕ ਪੁੱਜਦੀ ਹੈ, ਭਾਵ 7 ਦਰਿਆ ਸਪਤ ਸਿੰਧੂ। ਜਿਵੇਂ ਰਿਗਵੇਦਿਕ ਕਾਲ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਪੰਜਾਬ ਨੂੰ ਸਪਤ ਸਿੰਧੂ ਜਾਂ 7 ਦਰਿਆਵਾਂ ਦੀ ਧਰਤੀ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ। ਉਹ ਇਹੀ ਸਮਾਂ 7 ਦਰਿਆ ਸਿੰਧ ਤੋਂ ਲੈ ਕੇ ਸਰਸਵਤੀ ਤੱਕ ਬਣਦੇ ਨੇ। ਇੱਥੋਂ ਦਾ ਜਿਹੜਾ ਏਰੀਆ ਸੀ ਉਸ ਨੂੰ ਸਿੰਧ ਘਾਟੀ ਸੱਭਿਅਤਾ ਦਾ ਏਰੀਆ ਜਿਹੜਾ ਉਹ ਕਿਹਾ ਜਾਂਦਾ। ਕਹਿੰਦੇ ਸਾਨੂੰ ਪਤਾ ਕਿਵੇਂ ਲੱਗਿਆ? ਖੁਦਾਈ ਦੇ ਦੌਰਾਨ ਦੇਖੋ ਬਹੁਤ ਸਾਰੇ ਚੀਜ਼ਾਂ ਵਸਤਾਂ ਜੋ ਨਿਕਲੀਆਂ ਉਹਨਾਂ ਤੋਂ ਐਸਟੀਮੇਟ ਕਿਵੇਂ ਲਗਾਇਆ ਗਿਆ, ਟਾਈਮ ਕਿਵੇਂ ਪਤਾ ਲੱਗਿਆ ਗਿਆ ਇਹ ਇੰਨੇ ਸਾਲ ਪੁਰਾਣੀਆਂ ਨੇ। ਕਹਿੰਦੇ ਇਹਦੇ ਜਾਣਨ ਦੇ ਲਈ ਇੱਕ ਫਾਰਮੂਲਾ ਹੈ C14। C14 ਦੀ ਵਰਤੋਂ ਜਿਹੜੀ ਉਹ ਕੀਤੀ ਗਈ। ਕੀ ਹੈ ਫੁੱਲ ਫਾਰਮ ਇਹਦੀ? ਕਾਰਬਨ ਰੇਡੀਓ ਡੇਟਿੰਗ ਪ੍ਰੋਸੈਸ। ਭਾਵ ਕਹਿੰਦੇ ਕਾਰਬਨ ਰੇਡੀਓ ਦੇ ਰਾਹੀਂ ਜਿਹੜੇ ਪੱਥਰ ਨੇ ਉਹਨਾਂ ਨੂੰ ਜਾਣਿਆ ਜਾਂਦਾ, ਭਾਵ ਪੱਥਰਾਂ ਦੀ ਉਮਰ ਜਾਣਨ ਦੀ ਵਿਧੀ ਹੈ। ਖੁਦਾਈ ਦੌਰਾਨ ਪੱਥਰ ਮਿਲੇ, ਇਸ ਫਾਰਮੂਲੇ ਦੇ ਤਹਿਤ ਪੱਥਰਾਂ ਦੀ ਉਮਰ ਬਾਰੇ ਪਤਾ ਲਗਾਇਆ ਗਿਆ, ਇਹ ਪੱਥਰ ਕਿੰਨੇ ਸਾਲ ਪੁਰਾਣੇ ਨੇ, ਉਸ ਅਕੋਰਡਿੰਗ ਇਸ ਸੱਭਿਅਤਾ ਨੂੰ ਜਿਹੜਾ ਟਾਈਮ ਹੈ ਉਹ ਦਿੱਤਾ ਗਿਆ। ਕਹਿੰਦੇ ਇਸ ਨਾਲ ਖੁਦਾਈ ਦੇ ਦੌਰਾਨ ਪੱਥਰਾਂ ਦੀ ਉਮਰ ਦਾ ਪਤਾ ਲਾ ਕੇ ਉਸ ਦਾ ਟਾਈਮ ਸੀ ਜਿਹੜਾ ਉਹ ਬੰਨਿਆ ਗਿਆ। DP ਅਗਰਵਾਲ ਬਹੁਤ ਹੀ
ਵਿਸ਼ਵਾਸਯੋਗ ਇਤਿਹਾਸਕਾਰ ਨੇ ਜਿਹੜੇ ਉਹ ਸਿੰਧ ਘਾਟੀ ਸੱਭਿਅਤਾ ਨੂੰ ਲੈ ਕੇ ਮੰਨੇ ਜਾਂਦੇ ਨੇ। ਉਹਨਾਂ ਨੇ ਕੀ ਦੱਸਿਆ, ਕਹਿੰਦੇ 2350 BC ਭਾਵ ਈਸਵੀ ਪੂਰਵ, ਜਿਹੜੀ ਈਸਵੀ ਚੱਲਦੀ ਹੈ ਇਸ ਤੋਂ ਪਿੱਛੋਂ ਦਾ ਸਮਾਂ 2350 ਸਾਲ ਪਿੱਛੇ ਤੋਂ ਲੈ ਕੇ 1750 BC ਤੱਕ ਦਾ ਸਮਾਂ ਮੰਨਿਆ ਜਾਂਦਾ, ਕਿਉਂਕਿ BC ਸੀ ਜਿਹੜੀਆਂ ਇਹ ਉਲਟ ਚੱਲਦੀਆਂ ਸੀ। ਆਪਾਂ ਇੱਕ ਲੈਕਚਰ ਸਪੈਸ਼ਲ ਹੈ ਜਿਹੜਾ ਉਹ ਆਪਣਾ ਇਸ ਵਿਸ਼ੇ ਦੇ ਉੱਤੇ BC AD ਕੀ ਹੁੰਦਾ ਇਹਦੇ 'ਤੇ ਵੀ ਤਿਆਰ ਕਰਾਂਗੇ। ਤਾਂ ਉਹ ਇੰਨਾ ਸਮਾਂ ਮੰਨਦੇ ਨੇ। ਅਤੇ ਕੁਝ ਹੋਰ ਵਿਦਵਾਨ ਨੇ ਜਿਹੜੇ ਉਹ 2500 BC ਤੋਂ 1500 BC ਦਾ ਸਮਾਂ ਮੰਨਦੇ, ਪਰ ਜ਼ਿਆਦਾ ਵਿਸ਼ਵਾਸਯੋਗ ਸਮਾਂ ਹੈ ਜਿਹੜਾ ਉਹ 2350 BC ਤੋਂ ਲੈ ਕੇ 1750 BC ਦਾ ਸਮਾਂ ਜਿਹੜਾ ਉਹ ਮੰਨਿਆ ਜਾਂਦਾ ਸਿੰਧ ਘਾਟੀ ਨੂੰ। ਤਾਂ ਉਸ ਤੋਂ ਬਾਅਦ ਪਹਿਲਾ ਨਮੂਨਾ ਕਿੱਥੋਂ ਪਤਾ ਲੱਗਿਆ, ਕਹਿੰਦੇ ਤਾਂ ਕੀ ਹੋਇਆ, ਪਹਿਲਾ ਨਮੂਨਾ ਜਦੋਂ ਅੰਗਰੇਜ਼ ਭਾਰਤ 'ਤੇ ਰਾਜ ਕਰਦੇ ਨੇ, ਉਹਨਾਂ ਨੇ ਕੀ ਕੀਤਾ, ਰੇਲ ਪਟੜੀਆਂ ਬਣਾਉਣੀਆਂ ਸ਼ੁਰੂ ਕੀਤੀਆਂ। ਆਪਾਂ ਮੰਨਦੇ ਹਾਂ ਰੇਲ ਹੈ ਜਿਹੜੀ ਇਹ ਅੰਗਰੇਜ਼ਾਂ ਦੀ ਦੇਣ ਹੈ ਸਾਡੇ ਦੇਸ਼ ਨੂੰ। ਤਾਂ ਉਹਨਾਂ ਨੇ 1853 ਦੇ ਵਿੱਚ ਕਹਿੰਦੇ ਰੇਲਵੇ ਲਾਈਨਾਂ ਦੀਆਂ ਪਟੜੀਆਂ ਦੌਰਾਨ ਜਿਹੜੀਆਂ ਖੁਦਾਈ ਹੋਈ, ਉਸ ਖੁਦਾਈ ਦੇ ਦੌਰਾਨ ਇੱਟਾਂ ਮਿਲੀਆਂ। ਉਹਦੇ ਤੋਂ ਸਾਨੂੰ ਕਹਿੰਦੇ ਇਸ ਸੱਭਿਅਤਾ ਬਾਰੇ ਕੁਝ ਜਾਣਨ ਦਾ ਮੌਕਾ ਮਿਲਿਆ, ਖੁਦਾਈ ਕਰਨ ਦਾ ਸਾਡੇ 'ਚ ਲਾਲਸਾ ਪੈਦਾ ਹੋਈ। ਜਦੋਂ ਖੁਦਾਈ ਦੌਰਾਨ ਇੱਟਾਂ ਮਿਲੀਆਂ ਤਾਂ ਮਨੁੱਖ ਦੇ ਵਿੱਚ ਲਾਲਸਾ ਪੈਦਾ ਹੋਈ ਕਿ ਇੱਥੇ ਪਹਿਲਾਂ ਵੀ ਲੋਕ ਰਹਿੰਦੇ ਹੋਣੇ, ਕਿਉਂ ਨਾ ਆਪਾਂ ਉਹਨਾਂ ਨੂੰ ਖੁਦਾਈ ਦੌਰਾਨ ਉਹਨਾਂ ਦੀਆਂ ਹੋਰ ਵਸਤਾਂ ਲੱਭਣ ਦੀ ਕੋਸ਼ਿਸ਼ ਕਰੀਏ। ਇਹ ਲਾਹੌਰ ਤੋਂ ਲੈ ਕੇ ਕਰਾਚੀ ਤੱਕ ਦੀ ਰੇਲਵੇ ਲਾਈਨ ਦੇ ਦੌਰਾਨ ਇਹ ਆਪਣੀਆਂ ਸੱਭਿਅਤਾ ਨਾਲ ਸੰਬੰਧਿਤ ਇੱਟਾਂ ਨੇ ਜਿਹੜੀਆਂ ਉਹ ਮਿਲੀਆਂ। ਫਿਰ ਸਿੰਧ ਘਾਟੀ ਦੀ ਖੋਜ ਵੱਲ ਨੂੰ ਜਿਹੜਾ ਮਨੁੱਖ ਹੈ ਉਹ ਜਾਣਾ ਸ਼ੁਰੂ ਹੋ ਜਾਂਦਾ। ਉਸ ਤੋਂ ਬਾਅਦ ਕਹਿੰਦੇ ਇਹ ਮਹਿਕਮਾ ਜਾਂ ਸਿੰਧ ਘਾਟੀ ਸੱਭਿਅਤਾ ਦਾ ਕੰਮ ਹੈ ਜਿਹੜਾ ਕੌਣ ਕਰਦਾ, ਸਰਕਾਰ ਦਾ ਵਿਸ਼ੇਸ਼ ਡਿਪਾਰਟਮੈਂਟ ਹੁੰਦਾ, ਵਿਸ਼ੇਸ਼ ਵਿਭਾਗ ਜਿਹੜੇ ਉਹ ਹੁੰਦੇ ਨੇ, ਜਿਹੜੇ ਭਾਰਤੀ ਪੁਰਾਤਨ ਵਿਭਾਗ ਜਿਹੜਾ ਦੀ ਸਥਾਪਨਾ ਕਹਿੰਦੇ 1861 'ਚ ਹੋਈ। ਇਸ ਵਿਭਾਗ ਦਾ ਕੰਮ ਕੀ ਹੈ, ਕਹਿੰਦੇ ਪੁਰਾਤਨ ਸਮੇਂ ਨਾਲ ਸੰਬੰਧਿਤ ਜਿੰਨੀਆਂ ਵੀ ਇਮਾਰਤਾਂ ਨੇ ਭਾਰਤ ਦੀਆਂ ਇਤਿਹਾਸਕ ਸਥਾਨ ਨੇ ਜਿਹੜੇ ਉਹਨਾਂ ਦੀ ਸਾਂਭ ਸੰਭਾਲ ਹੈ ਜਿਹੜੀ ਉਹ ਇਸ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਜਿਵੇਂ ਦਿੱਤਾ ਹੈ ਆਪਾਂ ਨੂੰ ਇੱਥੇ ਕੰਮ ਕੀ ਹੈ, ਪੁਰਾਣੀਆਂ ਇਮਾਰਤਾਂ ਦੀ ਸਾਂਭ ਸੰਭਾਲ ਕਰਨੀ। ਤਾਂ ਇਸ ਤਰ੍ਹਾਂ ਨਾਲ ਕਹਿੰਦੇ ਪੁਰਾਤਨ ਵਿਭਾਗ ਦਾ ਪੁਰਾਤਨ ਮੁਖੀ ਕੌਣ ਸੀ, ਸ਼ੁਰੂਆਤ ਦੇ ਵਿੱਚ ਕੌਣ ਇਸ ਵਿਭਾਗ ਦੇ ਵਿੱਚ ਕੰਮ ਕਰਦੇ, ਉਹ ਸੀਗਾ ਲਾਰਡ ਕਨਿੰਗਮ। ਲਾਰਡ ਕਨਿੰਗਮ ਨੂੰ ਇਸ ਦਾ ਜਨਮਦਾਤਾ ਹੀ ਮੰਨਿਆ ਜਾਂਦਾ। ਕਹਿੰਦੇ ਇੱਕ ਵਿਸ਼ੇਸ਼ ਵਿਭਾਗ ਹੈ ਜਿਹੜਾ ਉਹ ਲਾਰਡ ਕਨਿੰਗਮ ਦੀ ਅਗਵਾਈ ਦੇ ਵਿੱਚ ਬਣਦਾ ਹੈ, ਜਿਹੜਾ ਸਾਡੀ ਸੱਭਿਅਤਾ ਨੂੰ, ਸਾਡੇ ਪੁਰਾਤਨ ਡਿਪਾਰਟਮੈਂਟ ਨੂੰ ਸਾਂਭ ਸੰਭਾਲ ਕਰਨ ਦੀ ਕੰਮ ਕਰਦਾ। ਅਤੇ ਉਸ ਤੋਂ ਬਾਅਦ 1921 ਈਸਵੀ ਦੇ ਵਿੱਚ ਕਹਿੰਦੇ ਇਸੇ ਡਿਪਾਰਟਮੈਂਟ ਦਾ, ਭਾਰਤੀ ਪੁਰਾਤਨ ਵਿਭਾਗ ਦਾ ਨਿਆਂ ਮੁਖੀ ਬਣਦਾ ਹੈ, ਉਹ ਸੀ ਜੌਨ ਮਾਰਸ਼ਲ। ਜੌਨ ਮਾਰਸ਼ਲ ਕੌਣ ਹੈ, ਇਹ ਸਿੰਧ ਘਾਟੀ ਸੱਭਿਅਤਾ ਨੂੰ ਜਾਣਨ ਵਾਲਾ ਪ੍ਰਮੁੱਖ ਵਿਅਕਤੀ ਮੰਨਿਆ ਜਾਂਦਾ, ਜਿਹਦੀ ਅਗਵਾਈ ਦੇ ਵਿੱਚ ਕਹਿੰਦੇ ਸਿੰਧ ਘਾਟੀ ਸੱਭਿਅਤਾ ਦੀ ਖੁਦਾਈ ਦਾ ਜਿਹੜਾ ਕੰਮ ਹੈ ਉਹ ਆਰੰਭ ਹੋਇਆ। ਇਸ ਨੇ ਕੀ ਕੀਤਾ, ਕਹਿੰਦੇ ਉਸ ਇੱਟਾਂ ਦੇ ਜਿਹੜੇ ਵਿਸ਼ੇਸ਼ ਪਹਿਲਾਂ 1853 'ਚ ਮਿਲੇ ਸੀ, ਉਸੇ ਲੜੀ ਨੂੰ ਅੱਗੇ ਚਲਾਉਣ ਦੀ ਕੋਸ਼ਿਸ਼ ਦੇ ਵਿੱਚ ਕਹਿੰਦੇ ਇਹ ਕੀ ਕਰਦਾ, ਉਸੇ ਏਰੀਏ ਦੇ ਵਿੱਚ ਸਿੰਧ ਤੋਂ ਲੈ ਕੇ ਸਰਸਵਤੀ, ਸਭ ਤੋਂ ਪਹਿਲਾਂ ਖੁਦਾਈ ਸਿੰਧ ਦੇ ਨੇੜਲੇ ਇਲਾਕਿਆਂ ਦੀ ਹੋਈ। ਤਾਂ ਕਹਿੰਦੇ ਉੱਥੇ ਖੁਦਾਈ ਦਾ ਕ੍ਰਮ ਜਿਵੇਂ ਹੜੱਪਾ, ਮੋਹਨਜੋਦੜੋ, ਚੋਨਹੋਦੜੋ ਇਹ ਇਲਾਕੇ ਸੀ ਜਿਹੜੇ ਇਹਨਾਂ ਦੀ ਖੁਦਾਈ ਦਾ ਕੰਮ ਹੈ ਜਿਹੜਾ ਉਹ ਆਰੰਭਿਆ ਗਿਆ। ਤਾਂ ਜੋ ਇਸ ਖੁਦਾਈ ਦੇ ਦੌਰਾਨ ਫਿਰ ਸਾਨੂੰ ਕਹਿੰਦੇ ਸਿੰਧ ਘਾਟੀ ਦੀ ਸੱਭਿਅਤਾ ਨਾਲ ਸੰਬੰਧਿਤ ਅਨੇਕਾਂ ਤਰ੍ਹਾਂ ਦੇ ਜਿਹੜੇ ਵਿਸ਼ੇਸ਼ ਨੇ ਉਹ ਸਾਨੂੰ ਮਿਲਣੇ ਸ਼ੁਰੂ ਹੋਏ। ਕਹਿੰਦੇ ਇਕੱਲੀ ਸਿੰਧ ਘਾਟੀ ਦੀ ਸੱਭਿਅਤਾ ਜਿਹੜੀ ਉਹ ਸਾਡੇ ਦੇਸ਼ 'ਚ ਹੀ ਨਹੀਂ ਹੋਈ, ਹੋਰ ਵੀ ਬਹੁਤ ਦੁਨੀਆ ਦੇ ਹਿੱਸਿਆਂ ਦੇ ਵਿੱਚ ਇੱਦਾਂ ਦੀਆਂ ਸੱਭਿਅਤਾਵਾਂ ਨੇ ਜਿਹੜੀਆਂ ਉਹ ਜਨਮ ਲੈਂਦੀਆਂ ਨੇ। ਕਿਹੋ ਜਿਹੀਆਂ ਸੱਭਿਅਤਾਵਾਂ ਸੀ ਔਰ ਜਿਹੜੀਆਂ ਇਹਨਾਂ ਨਾਲ ਮਿਲਦੀਆਂ ਜੁਲਦੀਆਂ ਨੇ, ਇੱਕ ਸੀ ਮੈਸੋਪੋਟਾਮੀਆ, ਜਿਹੜੀ ਦਜਲਾ ਅਤੇ ਫਰਾਤ ਨਦੀ ਦੇ ਆਸ-ਪਾਸ ਦੇ ਖੇਤਰ ਨੇ। ਮੈਸੋ ਦਾ ਅਰਥ ਕੀ ਹੁੰਦਾ, 2, ਜਿਵੇਂ ਪੈਟਾ 3 ਆਪਾਂ ਪੜ੍ਹਦੇ 5 ਪੜ੍ਹਦੇ ਹਾਂ ਸੌਰੀ, ਇਸੇ ਤਰ੍ਹਾਂ ਨਾਲ ਮੈਸੋ ਨੂੰ 2 ਕਿਹਾ ਜਾਂਦਾ, ਠੀਕ ਹੈ। ਜਿਵੇਂ ਆਪਾਂ ਪੜ੍ਹਿਆ ਸੀ ਪੈਟਾਪੋਟਾਮੀਆ ਪੰਜਾਬ ਦਾ ਨਾਂ, ਪੈਟਾ 5, ਪੋਟਾਮੀਆ ਦਰਿਆ, 5 ਦਰਿਆਵਾਂ ਦੀ ਧਰਤੀ। ਮੈਸੋ ਦਾ ਮਤਲਬ 2 ਨਦੀਆਂ ਵਿਚਕਾਰਲਾ ਹਿੱਸਾ, ਠੀਕ ਹੈ। ਪੋਟਾਮੀਆ ਦਾ ਮਤਲਬ ਨਦੀਆਂ, ਮੈਸੋ ਦਾ ਮਤਲਬ 2 ਨਦੀਆਂ ਦੇ ਵਿਚਕਾਰਲਾ ਹਿੱਸਾ। ਕਹਿੰਦੇ ਮੈਸੋਪੋਟਾਮੀਆ ਦੀ ਸੱਭਿਅਤਾ ਹੜੱਪਾ ਸੱਭਿਅਤਾ ਦੇ ਨਾਲ ਮੇਲ ਖਾਂਦੀ ਹੈ। ਇੱਕ ਇਹ ਪ੍ਰਮੁੱਖਤਾ ਕੀ ਹੈ, ਆਪਾਂ ਅੱਗੇ ਵੀ ਪੜ੍ਹਾਂਗੇ ਅੱਗੇ ਡਿਟੇਲ ਦੇ ਵਿੱਚ, ਕਿ ਸਿੰਧ ਘਾਟੀ ਸੱਭਿਅਤਾ ਦੇ ਲੋਕ, ਹੜੱਪਾ ਸੱਭਿਅਤਾ ਦੇ ਲੋਕ ਸੀ ਜਿਹੜੇ
ਕਹਿੰਦੇ ਉਹ ਵਪਾਰ ਕਰਦੇ ਹੁੰਦੇ ਸੀ। ਵਪਾਰ ਕਿਹਦੇ ਨਾਲ ਕਰਦੇ ਨੇ? ਇਸ ਨਾਲ ਕਰਦੇ ਸੀ, ਉਹ ਮੈਸੋਪੋਟਾਮੀਆ ਨਾਲ। ਕਿਵੇਂ ਪਤਾ ਚੱਲਿਆ? ਕਹਿੰਦੇ ਜਦੋਂ ਇਹਦੀ ਖੁਦਾਈ ਚੱਲ ਰਹੀ ਸੀ ਤਾਂ ਸਾਨੂੰ ਕਹਿੰਦੇ ਇਹਦੇ ਤੋਂ ਵੀ ਕੁਝ ਕੁ ਸਿੱਕੇ ਮਿਲੇ, ਮੋਹਰਾਂ ਮਿਲੀਆਂ, ਕਹਿੰਦੇ ਜਿਹੜੀਆਂ ਸਿੰਧ ਘਾਟੀ ਸੱਭਿਅਤਾ ਦੇ ਨਾਲ ਮੈਚ ਕਰਦੀਆਂ ਸੀ, ਮਿਲਦੀਆਂ ਸੀ ਇਹਦੇ ਨਾਲ। ਤਾਂ ਸਾਨੂੰ ਕੀ ਪਤਾ ਲੱਗਿਆ? ਫਿਰ ਕਹਿੰਦੇ ਇਹ ਵਪਾਰ ਕਰਦੇ ਸੀ ਇੱਕ ਦੂਜੇ ਨਾਲ, ਤਾਂ ਵਪਾਰ ਦੌਰਾਨ ਉੱਥੇ ਪੈਸਾ ਚਲਿਆ ਗਿਆ। ਇਸ ਤਰ੍ਹਾਂ ਨਾਲ ਕਹਿੰਦੇ ਵਪਾਰ ਇਹਨਾਂ ਨਾਲ ਕੀਤਾ ਚੱਲਦਾ। ਇੱਕ ਸੀਗੀ ਮਿਸਰ ਸੱਭਿਅਤਾ, ਇਹ ਵੀ ਇਸ ਨਾਲ ਮੇਲ ਖਾਂਦੀ ਹੈ। ਮਿਸਰ ਸੱਭਿਅਤਾ ਅਸੀਂ ਨੀਲ ਨਦੀ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਪਾਈ। ਇੱਥੇ ਰਾਜੇ ਰਾਣੀਆਂ ਦੀਆਂ ਲਾਸ਼ਾਂ ਨੂੰ ਮੰਮੀ 'ਚ ਸੰਭਾਲ ਕੇ, ਇੱਕ ਮੰਮੀ ਕੀ ਹੁੰਦਾ, ਜਿਵੇਂ ਉਹ ਬਾਕਸ ਜਿਹਾ ਹੁੰਦਾ ਆਪਾਂ ਦੇਖਿਆ ਹੋਣਾ, ਉਸ ਬਾਕਸ ਦੇ ਵਿੱਚ ਸੰਭਾਲ ਕੇ ਸੀ ਜਿਹੜਾ ਉਸਨੂੰ ਰੱਖਿਆ ਜਾਂਦਾ ਸੀਗਾ ਇਹਨਾਂ ਲਾਸ਼ਾਂ ਨੂੰ। ਕਿਉਂ? ਉਹਨਾਂ ਨੂੰ ਕੀ ਆਸ ਸੀ? ਕਹਿੰਦੇ ਉਸ ਸਮੇਂ ਦੇ ਲੋਕਾਂ ਨੂੰ ਆਸ ਹੁੰਦੀ ਸੀ ਕਿ ਇਹ ਮਰੇ ਨਹੀਂ ਹੈਗੇ, ਕੁਝ ਸਮੇਂ ਦੌਰਾਨ ਕਹਿੰਦੇ ਫੇਰ ਆਉਣਗੇ, ਇਹ ਜਿਉਂਦੇ ਹੋਣਗੇ ਦੁਬਾਰੇ, ਠੀਕ ਹੈ, ਸਾਡੇ ਵਿਚਕਾਰ ਆਉਣਗੇ ਇਹ। ਇਸੇ ਆਸ ਦੇ ਉੱਤੇ ਕਹਿੰਦੇ ਉਹਨਾਂ ਨੂੰ, ਇਹਨਾਂ ਲਾਸ਼ਾਂ ਨੂੰ ਆਪਣੀਆਂ ਉਹਨਾਂ ਮੰਮੀਆਂ ਦੇ ਵਿੱਚ, ਉਹਨਾਂ ਬਾਕਸਾਂ ਦੇ ਵਿੱਚ ਸੰਭਾਲ ਕੇ ਰੱਖਦੇ ਸੀਗੇ। ਇਸ ਤੋਂ ਬਾਅਦ ਚੀਨ ਸੱਭਿਅਤਾ, ਹੈਵਾਂਗ ਹੂ ਨਦੀ ਦੇ ਆਸ-ਪਾਸ ਦੇ ਖੇਤਰ ਨੇ ਜਿਹੜੇ ਉਹ ਇਸ ਸੱਭਿਅਤਾ ਨੂੰ ਜਨਮ ਦਿੰਦੇ। ਸੋ ਸਿੰਧ ਘਾਟੀ ਸੱਭਿਅਤਾ ਦਾ ਆਪਣਾ ਅੱਜ ਦਾ ਇਹ ਬੇਸਿਕ ਟੌਪਿਕ ਸੀਗਾ ਜਿਹੜਾ ਉਹ ਆਪਾਂ ਨੇ ਕੀਤਾ। ਮੈਨੂੰ ਆਸ ਹੈ ਕਿ ਬਹੁਤ ਵਧੀਆ ਲੱਗਿਆ ਹੋਣਾ ਤੁਹਾਨੂੰ, ਸਮਝ ਲੱਗਿਆ ਹੋਣਾ ਤੁਹਾਨੂੰ। ਤਾਂ ਇਸ ਲਈ ਇਹੋ ਜਿਹੀਆਂ ਵੀਡੀਓ ਇਕੱਲੇ ਇਸ ਵਿਸ਼ੇ ਦੀਆਂ ਹੀ ਨਹੀਂ, ਹੋਰ ਵਿਸ਼ੇ ਦੀਆਂ ਵੀਡੀਓ ਨੂੰ ਵੇਖਣ ਦੇ ਲਈ, ਸਮਝਣ ਦੇ ਲਈ ਤੁਸੀਂ ਸਾਡੇ ਗੁਰੂ ਤੇਗ ਬਹਾਦਰ ਕਾਲਜ ਦੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ, ਅਤੇ ਬੈਲ ਆਈਕਨ ਦਾ ਜਿਹੜਾ ਬਟਨ ਹੈ ਉਹ ਦਬਾਓ, ਤਾਂ ਜੋ ਤੁਹਾਨੂੰ ਵੀਡੀਓ ਨੇ ਜਿਹੜੀਆਂ ਉਹ ਹਰ ਇੱਕ ਵਿਸ਼ੇ ਦੀਆਂ ਤੁਹਾਡੇ ਤੱਕ ਪਹੁੰਚਦੀਆਂ ਨੇ, ਜਿਹੜੀਆਂ ਉਹ ਕੀਤੀਆਂ ਜਾ ਸਕਣ। ਅਤੇ ਅਗਲਾ ਟੌਪਿਕ ਹੈ ਜਿਹੜਾ ਆਪਾਂ ਉਹ ਅਗਲੇ ਚੈਪਟਰ ਦੇ ਵਿੱਚ ਜਿਹੜਾ ਇਸ ਨੂੰ ਕੰਪਲੀਟ ਕਰਾਂਗੇ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।